हाँ जी स्टूडेंट, ਤਾਂ ਆਪਾਂ ਸਟਾਰਟ ਕਰ ਰਹੇ ਹਾਂ CBSE ਕਲਾਸ 12 ਦਾ ਹਿਊਮਨ ਜੀਓਗ੍ਰਾਫੀ ਦੀ ਜਿਹੜੀ ਬੁੱਕ ਹੈ ਤੁਹਾਡੀ ਐਜ਼ ਪਰ ਦਾ CBSE ਅਪਡੇਟਡ ਸਿਲੇਬਸ। ਤੇ ਆਪਾਂ ਫਰਸਟ ਜਿਹੜਾ ਚੈਪਟਰ ਹੈ ਉਹ ਡਿਸਕਸ ਕਰ ਰਹੇ ਹਾਂ ਹਿਊਮਨ ਜੀਓਗ੍ਰਾਫੀ ਨੇਚਰ ਐਂਡ ਸਕੋਪ। ਇਹਦੇ ਆਪਾਂ ਅੱਜ ਫਰਸਟ ਜਿਹੜੇ 1 ਮਾਰਕਸ ਕੁਐਸਚਨਸ ਨੇ MCQ ਦੀ ਫਾਰਮ ਦੇ ਵਿੱਚ, ਬਾਅਦ ਦੇ ਵਿੱਚ ਆਪਾਂ 1 ਬਾਈ 1 ਲਾਈਨਰ 3 ਮਾਰਕਸ ਕੁਐਸਚਨਸ, ਸੋਰਸ ਬੇਸਡ ਕੁਐਸਚਨਸ ਅਤੇ ਜਿਹੜੇ ਆਪਣੇ ਕੁਐਸਚਨਸ ਨੇ 5 ਮਾਰਕਸ ਦੇ ਐਂਡ ਮੈਪ ਵਰਕ, ਇਹ ਵੀ 1 ਬਾਈ 1 ਸਾਰੀਆਂ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਬਟ ਮੇਰਾ ਸਟਾਰਟਿੰਗ ਤੋਂ ਇਹੀ ਮੇਨ ਫੋਕਸ ਰਹੇਗਾ ਕਿ MCQs ਆਪਾਂ ਸਾਰੇ ਚੈਪਟਰ ਦੇ ਕੰਪਲੀਟ ਕਰ ਲਈਏ, ਦੈਨ ਆਪਾਂ ਸਟ੍ਰੈਟਜੀਜ਼ ਕਿਹੜੀਆਂ ਹੋ ਸਕਦੀਆਂ ਨੇ ਜਿਹਦੇ ਨਾਲ ਆਪਾਂ ਵਧੀਆ ਨੰਬਰ ਲੈ ਸਕਦੇ ਹਾਂ ਇਨ CBSE ਐਗਜ਼ਾਮੀਨੇਸ਼ਨ 2022 ਐਂਡ 3। ਠੀਕ ਹੈ, ਤਾਂ ਫਸਟ ਜਿਹੜਾ ਆਪਾਂ MCQ ਦੇ ਨਾਲ ਸਟਾਰਟ ਕਰ ਰਹੇ ਹਾਂ ਚੈਪਟਰ ਹੈ ਹਿਊਮਨ ਜੀਓਗ੍ਰਾਫੀ ਨੇਚਰ ਐਂਡ ਸਕੋਪ। ਤਾਂ ਫਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਹੈ, which one of the following is not a source of geographical information। ਮੈਂ ਸੁਜੈਸਟ ਕਰੂੰਗਾ ਕਿ ਤੁਸੀਂ ਆਪਣਾ ਕੋਈ ਵੀ ਪੈਨ ਕਾਪੀ ਜੋ ਵੀ ਹੈ ਤੁਹਾਡੇ ਕੋਲ ਅਵੇਲੇਬਲ ਉਹ ਨਾਲ ਲੈ ਕੇ ਬੈਠੋਗੇ, ਤੁਸੀਂ ਕੁਐਸਚਨਸ ਨੂੰ ਅਟੈਂਪਟ ਕਰੋਗੇ, ਦੈਨ ਮੈਂ ਆਫਟਰ ਕੁਐਸਚਨ ਜਿਹੜਾ ਹੈ ਤੁਹਾਨੂੰ ਆਨਸਰ ਵੀ ਡਿਸਕਸ ਕਰਾਂਗੇ ਇੱਥੇ। ਠੀਕ ਹੈ, ਤਾਂ ਤੁਸੀਂ ਆਪਣੀ ਵੀ ਇਵੈਲੂਏਸ਼ਨ ਕਰਦੇ ਰਹੋ ਕਿਉਂਕਿ ਹੁਣ ਐਂਡ ਟਾਈਮ ਆ ਚੁੱਕਿਆ ਹੈ ਜਦੋਂ ਤੁਸੀਂ ਸਿਰਫ ਟਾਰਗੇਟਡ ਹੋ ਫॉर ਯੂਅਰ ਰਿਟਨ ਐਗਜ਼ਾਮੀਨੇਸ਼ਨਸ। ਪ੍ਰੈਕਟੀਕਲ ਹੋ ਚੁੱਕੇ ਨੇ ਤੁਹਾਡੇ, ਹੈ ਨਾ, ਤਾਂ ਤੁਸੀਂ ਹੁਣ ਸਿਰਫ ਫੋਕਸ ਕਰਨਾ ਆਪਣੇ ਥਿਊਰੀ ਪਾਰਟ ਦੇ ਉੱਪਰ। ਤਾਂ ਉਹਦੇ 'ਚੋਂ ਫਰਸਟ ਜਿਹੜਾ ਹੈ ਕੁਐਸਚਨ ਹੈ ਉਹ ਤੁਹਾਡੀ ਸਕਰੀਨ 'ਤੇ ਹੈ, ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਏ ਸੋਰਸ ਆਫ ਜੀਓਗ੍ਰਾਫੀਕਲ ਇਨਫੋਰਮੇਸ਼ਨ। ਤਾਂ ਆਪਸ਼ਨਸ ਨੇ ਆਪਣੇ ਕੋਲ ਟਰੈਵਲਸ ਅਕਾਊਂਟਸ, ਕਿ ਜਿਹੜੇ ਲੋਕ ਟਰੈਵਲ ਕਰਦੇ ਨੇ ਉਹਨਾਂ ਦੇ ਜਿਹੜਾ ਡੇਟਾ ਹੁੰਦਾ, ਡਿਟੇਲਸ ਹੁੰਦੀਆਂ ਨੇ ਉਹ ਨੇ। ਆਪਸ਼ਨ B ਹੈ ਓਲਡ ਮੈਪਸ, ਕਿ ਜਿਹੜੇ ਪੁਰਾਣੇ ਮੈਪ ਨੇ ਉਹ ਜੀਓਗ੍ਰਾਫੀਕਲ ਇਨਫੋਰਮੇਸ਼ਨ ਦਾ ਪਾਰਟ ਨੇ। ਸੈਂਪਲਸ ਆਫ ਰੌਕ ਮਟੀਰੀਅਲਸ ਫਰੋਮ ਦਾ ਮੂਨ। ਦੈਨ ਲਾਸਟ ਆਪਸ਼ਨ ਹੈ ਇਨਸ਼ੈਂਟ ਐਪਿਕਸ। ਠੀਕ ਹੈ, ਜੋ ਪੁਰਾਣੇ ਰਿਕਾਰਡਸ ਨੇ ਜਿਵੇਂ ਕਿ ਇੰਡਸ ਸਿਵਲਾਈਜੇਸ਼ਨ ਦੇ ਰਿਕਾਰਡ ਨੇ ਤਾਂ ਉਹ ਹੁੰਦੇ ਨੇ ਇਨਸ਼ੈਂਟ ਐਪਿਕਸ। ਤਾਂ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਉਹ ਜੀਓਗ੍ਰਾਫੀਕਲ ਇਨਫੋਰਮੇਸ਼ਨ ਦਾ ਰਿਸੋਰਸ ਨਹੀਂ ਹੈ, ਮੀਨ ਸੋਰਸ ਨਹੀਂ ਹੈ। ਤਾਂ ਹੁਣ ਦੇਖੋ ਬੇਟਾ, ਆਪਾਂ ਗੱਲ ਕਰ ਰਹੇ ਹਾਂ ਇੱਥੇ ਅਰਥ ਦੇ ਉੱਪਰ, ਤਾਂ ਇੱਥੇ ਆਪਸ਼ਨ C ਨੂੰ ਤੁਸੀਂ ਐਲੀਮੀਨੇਟ ਕਰ ਸਕਦੇ ਹੋ, ਸੈਂਪਲਸ ਰੌਕ ਮਟੀਰੀਅਲ ਫਰੋਮ ਦਾ ਮੂਨ। ਠੀਕ ਹੈ, ਤਾਂ ਮੂਨ ਤੋਂ ਨਹੀਂ ਨਾ, ਆਪਾਂ ਜੀਓਗ੍ਰਾਫੀਕਲ ਇਨਫੋਰਮੇਸ਼ਨ ਦਾ ਸੋਰਸ ਹੋ ਸਕਦਾ ਹੈ ਮੂਨ ਦੇ ਉੱਪਰੋਂ, ਬਟ ਇਹ ਕੀ ਹੈ, ਇਹ ਰੋਂਗ ਆਪਸ਼ਨ ਹੈ। ਤਾਂ ਆਪਾਂ ਆਨਸਰ ਦੇਖਾਂਗੇ ਤਾਂ ਸੈਂਪਲਸ ਆਫ ਰੌਕ ਮਟੀਰੀਅਲ ਫਰੋਮ ਦਾ ਮੂਨ। ਠੀਕ ਹੈ, ਤਾਂ ਇਹ ਆਪਣੇ ਕੋਲ ਰੋਂਗ ਆਪਸ਼ਨ ਹੈ, ਤਾਂ ਇਹ ਆਪਸ਼ਨ ਨਹੀਂ ਹੋਏਗੀ। ਨੈਕਸਟ ਕੁਐਸਚਨ, ਹੂ ਗੇਵ ਦਾ ਕਨਸੈਪਟ ਆਫ ਸਟਾਪ ਐਂਡ ਗੋ ਡਿਟਰਮਿਨਿਜ਼ਮ। ਹੁਣ ਆਪਾਂ ਚੈਪਟਰ ਦੇ ਵਿੱਚ ਪੜ੍ਹਿਆ ਹੋਇਆ ਹੈ ਕਿ ਸਟਾਪ ਐਂਡ ਗੋ ਡਿਟਰਮਿਨਿਜ਼ਮ ਜਿਹੜੀ ਇੱਕ ਕਨਸੈਪਟ ਹੈ ਉਹ ਕਿਹਨੇ ਦਿੱਤਾ ਹੈ। ਠੀਕ ਹੈ, ਇੱਥੇ ਕੀ ਸੀ, ਸਟਾਪ ਕਰਨਾ ਮੀਨਸ ਰੁਕੋ, ਸੋਚੋ, ਦੈਨ ਫਿਰ ਤੁਸੀਂ ਪ੍ਰੋਸੀਡ ਕਰੋ ਕੁਝ। ਅਗਰ ਤੁਸੀਂ ਕੋਈ ਐਕਟੀਵਿਟੀ ਕਰਨੀ ਹੈ ਤਾਂ ਜੀਓਗ੍ਰਾਫੀ ਦੇ ਵਿੱਚ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਚੁੱਕੇ ਹੋ ਥਿਊਰੀ ਪਾਰਟ ਦੇ ਵਿੱਚ, ਤਾਂ ਇੱਥੇ ਸਿਰਫ ਉਹ ਪੁੱਛ ਰਹੇ ਨੇ ਕਿ ਇਹ ਜਿਹੜਾ ਕਨਸੈਪਟ ਹੈ ਇਹ ਕਿਹਦੇ ਦੁਆਰਾ ਦਿੱਤਾ ਗਿਆ। ਤਾਂ ਇੱਥੇ ਆਪਸ਼ਨਸ ਨੇ ਤੁਹਾਡੇ ਕੋਲ ਗ੍ਰਿਫ ਟੇਲਰ, ਰੈਟਜ਼ਲ, EC ਸੈਂਪਲ ਔਰ ਵਿਲਾਲਡ ਡੀ ਲਾ ਬਲਾਚ। ਠੀਕ ਹੈ, ਇਹ ਜਰਮਨ ਜਿਹੜੇ ਫ੍ਰੈਂਚ, ਜਰਮਨ ਤੇ ਜਿਹੜੇ ਯੂਰਪੀਅਨ ਜੀਓਗ੍ਰਾਫਰਸ ਨੇ ਉਹਨਾਂ ਦੇ ਨਾਮ ਨੇ, ਸਕਾਲਰਸ ਨੇ ਮੇਨਲੀ, ਜੀਓਗ੍ਰਾਫੀ ਨਹੀਂ, ਇਹਨਾਂ ਨੇ ਹੋਰ ਵੀ ਸਬਜੈਕਟਸ ਦੇ ਵਿੱਚ ਕੰਟਰੀਬਿਊਸ਼ਨ ਕੀਤਾ ਹੈ, ਤਾਂ ਆਪਾਂ ਇਹਨਾਂ ਨੂੰ ਕਹਾਂਗੇ ਸਕਾਲਰਸ। ਤਾਂ ਇਹਨਾਂ ਵਿੱਚੋਂ ਕਿਹੜੇ ਸਕਾਲਰ ਨੇ ਜਿਹੜਾ ਹੈ ਉਹ ਸਟਾਪ ਐਂਡ ਗੋ ਡਿਟਰਮਿਨਿਜ਼ਮ ਜਿਹੜੀ ਟਰਮ ਹੈ ਉਹ ਦਿੱਤੀ ਹੈ। ਠੀਕ ਹੈ, ਤਾਂ ਆਪਾਂ ਆਨਸਰ ਦੇਖਦੇ ਹਾਂ। ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਗ੍ਰਿਫਟ ਟੇਲਰ। ਠੀਕ ਹੈ, ਤਾਂ ਗ੍ਰਿਫਟ ਟੇਲਰ ਹੈ ਜਿਹੜਾ ਜਿਨ੍ਹਾਂ ਨੇ ਕਨਸੈਪਟ ਦਿੱਤਾ ਸਟਾਪ ਐਂਡ ਗੋ ਡਿਟਰਮਿਨਿਜ਼ਮ ਦਾ। ਓਕੇ, ਨੈਕਸਟ ਕੁਐਸਚਨ ਦੇ ਵੱਲ ਆਪਾਂ ਵਧਦੇ ਹਾਂ ਅੱਗੇ। ਅਗਰ ਤੁਹਾਡਾ ਕੋਈ ਡਾਊਟ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਆਪਸ਼ਨ ਤੁਹਾਡੇ ਅਕੋਰਡਿੰਗ ਸਹੀ ਨਹੀਂ ਹੈ, ਸਮ ਟਾਈਮ ਟਾਈਪਿੰਗ ਮਿਸਟੇਕ ਹੋ ਜਾਂਦੀ ਹੈ, ਤਾਂ ਤੁਸੀਂ ਉਹਨੂੰ ਕਮੈਂਟ ਦੇ ਵਿੱਚੋਂ ਡ੍ਰੌਪ ਆਊਟ ਕਰ ਸਕਦੇ ਹੋ। ਠੀਕ ਹੈ, ਕਿਉਂਕਿ ਹਿਊਮਨ ਤੋਂ ਮਿਸਟੇਕਸ ਹੁੰਦੀਆਂ ਨੇ ਬੇਟਾ, ਤੁਹਾਡੇ ਤੋਂ ਵੀ ਹੋ ਸਕਦੀਆਂ ਨੇ, ਟੀਚਰਸ ਤੋਂ ਵੀ ਹੋ ਸਕਦੀਆਂ ਨੇ, ਤਾਂ ਕੋਈ ਜਿਹੜੀ ਟਾਈਪਿੰਗ ਮਿਸਟੇਕ ਆ ਉਹਨੂੰ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਮੈਂਟਸ ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ ਬੇਟਾ, nature provide opportunities and human being make use of these, and slowly nature get humanized and starts bring the imprints of human endeavor reflect the concept of।
ਤਾਂ ਜਿਹੜਾ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਤੁਹਾਡੇ ਕੋਲ, ਇਹ ਇੱਕ ਕਨਸੈਪਟ ਦੀ ਸਟੇਟਮੈਂਟ ਹੈ। ਠੀਕ ਹੈ, ਜਿੱਦਾਂ ਸਟਾਪ ਐਂਡ ਗੋ ਡਿਟਰਮਿਨਿਜ਼ਮ ਇੱਕ ਕਨਸੈਪਟ ਹੈ, ਉੱਦਾਂ ਹੀ ਇੱਕ ਹੋਰ ਕਨਸੈਪਟ ਹੈ ਜਿਹਦੇ ਅੰਡਰ ਇਹ ਗੱਲ ਕਹੀ ਹੋਈ ਹੈ ਕਿ ਨੇਚਰ ਜਿਹੜਾ ਉਹ ਆਪਾਂ ਨੂੰ ਪ੍ਰੋਵਾਈਡ ਕਰਦਾ ਹੈ ਓਪਰਚੁਨਿਟੀਜ਼, ਹਿਊਮਨਸ ਉਹਨੂੰ ਯੂਜ਼ ਕਰਦੇ ਨੇ, ਦੈਨ ਜਿਹੜਾ ਨੇਚਰ ਹੈ ਉਹ ਹਿਊਮਨਾਈਜ਼ਡ ਹੋ ਜਾਂਦਾ ਹੈ ਤੇ ਉਹਦੇ ਜਿਹੜੇ ਇੰਪ੍ਰਿੰਟਸ ਨੇ ਉਹ ਹਿਊਮਨਸ ਜਿਹੜੇ ਨੇ ਉਹ ਦੇਖਦੇ ਨੇ। ਤਾਂ ਇਹਦੇ ਵਿੱਚ ਕਨਸੈਪਟ ਬੇਸਡ ਕੁਐਸਚਨ ਹੈ ਬੇਟਾ ਇਹ। ਇਹਦੇ ਵਿੱਚ ਆਪਸ਼ਨਸ ਆਪਾਂ ਦੇਖਦੇ ਹਾਂ ਕੀ ਆ। ਫਰਸਟ ਜਿਹੜਾ ਹੈ ਇੱਕ ਪੋਸਿਬਿਲਿਜ਼ਮ ਹੈ, ਇਹ एनवायरमेंटल डिटर्मिनिज्म है, या ए नियो डिटर्मिनिज्म है, या लास्ट ऑप्शन जो है अपने को नन ऑफ द दीज है। ठीक है, नन ऑफ दीज। तो केड़ा ऑप्शन जो राइट है अकॉर्डिंग टू यू, तुसी पहला अपनी नोटबुक के उपर मार्क कर लो ऑप्शन जो भी तुहाडे अकॉर्डिंग सही लगता है। तुहाडी इवैल्यूएशन है, ये सैल्फ इवैल्यूएशन है, दैन मैं राइट आंसर जो तुहानूं दस रहा। तो ये ऑप्शन जो है ये बेटा ऑप्शन ए इज अ राइट आंसर। पॉसिबलिज्म, पॉसिबलिज्म जो है वो प्रोवाइड करता है, ਉਹਦੇ ਅੰਡਰ ਹੀ ਆਪਾਂ ਨੂੰ ਨੇਚਰ ਜਿਹੜਾ ਉਹ ਪ੍ਰੋਵਾਈਡ ਕਰਦਾ ਓਪਰਚੁਨਿਟੀ। ਠੀਕ ਹੈ, ਤਾਂ ਪੋਸੀਬਲ ਹੈ ਹਿਊਮਨਸ ਆਪਣੀ ਜਿਹੜੀ ਥਿੰਕਿੰਗ ਹੈ, ਆਪਣੀ ਜਿਹੜੀ ਕੋਗਨੈਟਿਵ ਸਕਿੱਲਸ ਨੇ ਉਹਨਾਂ ਨੂੰ ਯੂਜ਼ ਕਰਕੇ ਜਿਹੜਾ ਹੈ ਉਹ ਨੇਚਰ ਦੀਆਂ ਜਿਹੜੀਆਂ ਓਪਰਚੁਨਿਟੀਜ਼ ਨੇ ਉਹਨਾਂ ਨੂੰ ਯੂਜ਼ੇਬਲ ਕਰਦਾ ਹੈ। ਠੀਕ ਹੈ, ਤਾਂ ਉਹਦੇ ਵਿੱਚ ਆਪਾਂ ਜਿੱਦਾਂ ਕਨਸੈਪਟ ਪੜਿਆ ਪੋਸੀਬਿਲਿਜ਼ਮ, ਐਵਰੀਥਿੰਗ ਪੋਸੀਬਲ ਵਿਦ ਹਿਊਮਨ ਸਾਇੰਸ। ਠੀਕ ਹੈ, ਹਿਊਮਨ ਨੇ ਕੀ ਕੀਤਾ, ਪਹਿਲਾਂ ਸਾਇੰਸ ਨੂੰ ਸਮਝਿਆ ਬੇਟਾ। ਠੀਕ ਹੈ, ਤਾਂ ਉਹ ਨੇਚਰ ਦੇ ਲਾਜ਼ ਨੂੰ ਸਮਝਿਆ, ਤਾਂ ਉਹਦੇ ਅਕੋਰਡਿੰਗ ਹੀ ਉਹਨੇ ਪੋਸੀਬਿਲਿਟੀਜ਼ ਕ੍ਰੀਏਟ ਕੀਤੀਆਂ। ਤਾਂ ਇਹੀ ਹੈ ਆਪਣੇ ਕੋਲੇ ਪੋਸੀਬਿਲਿਜ਼ਮ। ਠੀਕ ਹੈ, ਜਿੱਦਾਂ ਫ੍ਰਿਕਸ਼ਨ ਦਾ ਕੰਸੈਪਟ ਆਪਾਂ ਪੜ੍ਹਦੇ ਹਾਂ। ਫ੍ਰਿਕਸ਼ਨ ਕਿੱਦਾਂ ਹੋਇਆ, ਜਦੋਂ ਹਿਊਮਨਸ ਨੂੰ ਪਤਾ ਲੱਗ ਗਿਆ ਕਿ ਅਗਰ ਦੋ ਪੱਥਰ ਨੂੰ ਆਪਾਂ ਰਗੜਾਂਗੇ ਤਾਂ ਉਹਦੇ ਵਿੱਚੋਂ ਜਿਹੜੀ ਹੈ ਉਹ ਹੀਟ ਜਨਰੇਟ ਹੁੰਦੀ ਹੈ ਜਾਂ ਫਾਇਰ ਜਨਰੇਟ ਹੁੰਦੀ ਹੈ। ਤਾਂ ਫਿਰ ਉਹਦੇ ਤੋਂ ਹੀ ਆਪਣਾ ਅੱਗੇ ਕੰਸੈਪਟ ਬਣਿਆ। ਸੇਮ ਐਜ਼ ਬਰਡਸ ਨੂੰ ਦੇਖ ਕੇ ਆਪਾਂ ਕੰਸੈਪਟ ਡਿਵੈਲਪ ਕੀਤਾ ਐਰੋਡਾਇਨਾਮਿਕਸ। ਠੀਕ ਹੈ, ਤਾਂ ਉਹ ਆਪਣੇ ਕੋਲੇ ਜਿੱਦਾਂ ਜਿੱਦਾਂ ਸਾਇੰਸ ਨੂੰ ਆਪਾਂ ਸਮਝਿਆ, ਉਹਨੂੰ ਯੂਟਿਲਾਈਜ਼ ਕੀਤਾ, ਤਾਂ ਉਹ ਆਪਾਂ ਪੋਸੀਬਿਲਿਟੀਜ਼ ਕ੍ਰੀਏਟ ਕੀਤੀਆਂ ਬਾਈ ਯੂਜ਼ਿੰਗ ਨੈਚੁਰਲ ਓਪਰਚੁਨਿਟੀਜ਼। ठीक है, तो ये क्वेश्चन जो है हो गया। नेक्स्ट क्वेश्चन, विच वन ऑफ द फॉलोइंग स्टेटमेंट डज नॉट डिस्क्राइब जोग्राफी। ठीक है, तो ऑप्शंस ने उन्होंने विचों देखना कि केड़ी स्टेटमेंट जी है जी जोग्राफी नू डिफाइन नहीं कर रही, नॉट डिस्क्राइब जोग्राफी। तो ऑप्शन ए एन इंटीग्रेटिव डिसिप्लिन, ऑप्शन बी स्टडी ऑफ द इंटर रिलेशनशिप बिटवीन ह्यूमन्स एंड एनवायरमेंट, ऑप्शन सी सब्जेक्टेड to dualism, and option D not relevant in the present time due to the development of technology। ਤਾਂ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜਿਹੜਾ ਹੈ, ਕਿਹੜੀ ਆਪਸ਼ਨ ਹੈ ਜਿਹੜੀ ਜੀਓਗ੍ਰਾਫੀ ਨੂੰ ਡਿਫਾਈਨ ਨਹੀਂ ਕਰ ਰਹੀ। ਤਾਂ ਆਪਸ਼ਨ ਦਾ ਆਨਸਰ ਆਪਣੇ ਕੋਲ ਜਿਹੜਾ ਹੈ ਉਹ ਆਪਸ਼ਨ ਡੀ ਹੈ, not relevant in the present time due to the development of technology। ਠੀਕ ਹੈ, ਤਾਂ ਇੱਥੇ ਤੁਸੀਂ ਦੇਖੋਗੇ ਕਿ ਜੀਓਗ੍ਰਾਫੀ ਦੀ ਜਿਹੜੀ ਰੈਲੇਵੈਂਸ ਹੈ, ਨੋਟ ਡਿਸਕ੍ਰਾਈਬ ਜੀਓਗ੍ਰਾਫੀ। ਹੁਣ ਜੀਓਗ੍ਰਾਫੀ ਕੀ ਕਰਦੀ ਹੈ, ਇਹ ਕੋਈ ਰੋਕਦੀ ਹੈ ਡਿਵੈਲਪਮੈਂਟ ਨੂੰ ਜਾਂ ਟੈਕਨੋਲੋਜੀ ਨੂੰ, ਜਾਂ ਇਸ ਦੀ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜੀ ਕੋਈ ਜਿਹੜੀ ਹੈ ਵੈਲਿਊ ਨਹੀਂ ਹੈਗੀ। ਠੀਕ ਹੈ, ਤਾਂ ਇਹ ਆਪਸ਼ਨ ਡੀ ਦੇ ਵਿੱਚ ਜਿਹੜਾ ਹੈ ਇਹ ਗਲਤ ਆਪਸ਼ਨ ਹੈ। ਤਾਂ ਉਹੀ ਆਪਾਂ ਆਇਡੈਂਟੀਫਾਈ ਕਰਨਾ ਡਜ਼ ਨੋਟ। ਠੀਕ ਹੈ, ਕੁਐਸਚਨ ਨੂੰ ਪਹਿਲਾਂ ਧਿਆਨ ਨਾਲ ਪੜ੍ਹੋ, ਹਮੇਸ਼ਾ ਕੁਐਸਚਨ ਨੂੰ ਪਹਿਲਾਂ ਧਿਆਨ ਨਾਲ ਪੜ੍ਹੋ ਆਫਟਰ ਤੁਸੀਂ ਪ੍ਰੋਸੀਡ ਕਰਦੇ ਹੋ ਨੈਕਸਟ ਕੁਐਸਚਨ ਦੇ ਉੱਪਰ। ਠੀਕ ਹੈ, ਪਹਿਲਾਂ ਇੱਕ ਕੁਐਸਚਨ ਨੂੰ ਜੋ ਤੁਸੀਂ ਪਕੜਿਆ ਹੈ ਨਾ, ਸਪੋਜ਼ ਕਰੋ ਕਿ 4 ਨੰਬਰ ਕੁਐਸਚਨ ਹੈ, ਤਾਂ ਉਹਨੂੰ ਸਿਰਫ 2 ਵਾਰ ਉਹਦੇ ਕੁਐਸਚਨਸ ਨੂੰ ਪੜ੍ਹੋ। ਠੀਕ ਹੈ, ਕਿ ਉਹਦੇ 'ਚ ਕੀ ਪੁੱਛ ਰਿਹਾ, ਉਹ ਮੇਨਲੀ ਉਹ ਨੋਟ ਪੁੱਛ ਰਿਹਾ ਜਾਂ ਉਹ ਪੁੱਛ ਰਿਹਾ ਤੁਹਾਡੇ ਤੋਂ ਯੈਸ। ਠੀਕ ਹੈ, ਤਾਂ ਉਹਦੇ 'ਚ ਇਹੀ ਹੈ ਕਿ ਡਜ਼ ਨੋਟ ਲਿਖਿਆ ਬੇਟਾ, ਤਾਂ ਡਜ਼ ਨੋਟ ਡਿਸਕ੍ਰਾਈਬ। ਤਾਂ ਕੀ ਡਿਸਕ੍ਰਾਈਬ ਨਹੀਂ ਕਰਦਾ ਆਪਸ਼ਨ ਏ ਦੇ ਵਿੱਚ, ਤੁਸੀਂ ਦੇਖੋ ਇਹ ਇੰਟੀਗ੍ਰੇਟਿਵ ਜਿਹੜਾ ਹੈ ਡਿਸਿਪਲਿਨ ਹੈ, ਇਹਦੇ ਵਿੱਚ ਆਪਾਂ ਸਭ ਕੁਝ ਪੜ੍ਹਦੇ ਹਾਂ। ਸੈਕਿੰਡ ਆਪਸ਼ਨ ਬੀ ਦੇ ਵਿੱਚ ਵੀ ਸੇਮ ਗੱਲ ਕਰ ਰਿਹਾ, ਸਟੱਡੀ ਦਾ ਇੰਟਰ ਰਿਲੇਸ਼ਨਸ਼ਿਪ ਬਿਟਵੀਨ ਹਿਊਮਨ ਐਨਵਾਇਰਨਮੈਂਟ। ਓਕੇ, ਸਬਜੈਕਟ ਟੂ ਡਿਊਲਿਜ਼ਮ, ਦੈਨ ਇਹ ਵੀ ਰਾਈਟ ਹੈ। ਤਾਂ ਆਪਸ਼ਨ ਡੀ ਜਿਹੜਾ ਹੈ ਉਹ ਆਪਣੇ ਕੋਲੇ ਗਲਤ ਆਪਸ਼ਨ ਹੈ, ਇਟਸ ਅ ਰੋਂਗ ਆਪਸ਼ਨ। ਠੀਕ ਹੈ, ਤਾਂ ਉਹੀ ਆਪਣਾ ਆਂਸਰ ਹੈ, ਬਿਕॉज नॉट रेलिवेंट टू प्रेजेंट टाइम। क्यों नहीं है, जोग्राफी इज अ प्रेजेंट, इसलिए अगर वैल्यू है यदि तो तुसी पढ़ रहे हो। ठीक है, अगर ये रेलिवेंट ही ना हो तो फिर तुसी नहीं पढ़ोगे। ठीक है, एंड टैक्नोलॉजी जोग्राफी दे विच भी बहुत है, GPS GIS रिमोट सेंसिंग, बहुत सारे सब्जेक्ट्स ने या बहुत सारी इहदियां फील्ड्स ने। ठीक है, तो ये रेलिवेंट वाली तो कोई गल है ही नहीं इत्थे ना, तो ये ऑप्शन जिहड़ा अपने कोल ऑप्शन डी वो गलत हो जाता है। ठीक है, नेक्स्ट क्वेश्चन, which of the following is a sub field of social geography। ਹੁਣ ਇੱਥੇ geography ਦੀਆਂ ਤੁਹਾਨੂੰ ਪਤਾ ਬ੍ਰਾਂਚਸ ਨੇ, ਤੁਸੀਂ ਫਸਟ ਚੈਪਟਰ ਦੇ ਅੰਡਰ ਹੀ ਪੜ੍ਹਿਆ, ਪੋਲੀਟੀਕਲ geography, ਮਿਲਟਰੀ geography, ਦੈਨ social geography ਪੁੱਛ ਰਹੇ ਨੇ ਆਪਣੇ ਕੋਲ। ਤਾਂ social geography ਦਾ ਜਿਹੜਾ ਹੈ
सब फील्ड है, विच ऑफ द फॉलोइंग इज ए सब फील्ड ऑफ सोशल जोग्राफी? ऑप्शंस, geography of resource, option B historical geography, option C electoral geography and option D geography of tourism। ठीक है, ਤਾਂ ਇੱਥੇ ਬੇਟਾ ਆਪਸ਼ਨ ਹੈ ਦੇਖੋ ਤੁਸੀਂ ਟੂਰਿਜ਼ਮ, ਤਾਂ ਕਿਹੜਾ ਜਿਹੜਾ ਹੈ ਇਹ ਪਾਰਟ ਹੈ ਸਬ ਫੀਲਡ ਆਫ ਸੋਸ਼ਲ ਜੀਓਗ੍ਰਾਫੀ। ਹੁਣ ਸੋਸ਼ਲ ਜੀਓਗ੍ਰਾਫੀ ਤੁਹਾਨੂੰ ਪਤਾ ਹੈ ਕਿ ਜਿਹੜੀ ਸੁਸਾਇਟੀ ਨਾਲ ਰਿਲੇਟਡ ਹੈ ਨਾ, ਤਾਂ ਸੁਸਾਇਟੀ ਨਾਲ ਰਿਲੇਟਡ ਕਿਹੜਾ ਹੋਏਗਾ? ਜੀਓਗ੍ਰਾਫੀ ਆਫ ਰਿਸੋਰਸ ਤਾਂ ਨਹੀਂ ਹੋਏਗਾ, ਕਿਉਂਕਿ ਰਿਸੋਰਸ ਇਜ਼ ਅ ਨੈਚੁਰਲ ਜੀਓਗ੍ਰਾਫੀ ਹੈ ਨਾ, ਇਹ ਇੱਕ ਅਲੱਗ ਬ੍ਰਾਂਚ ਹੈ, ਇਹ ਪਾਰਟ ਨਹੀਂ ਹੋ ਸਕਦਾ ਸੁਸਾਇਟੀ ਦਾ। ਤਾਂ ਫਿਰ ਦੇਖੋ ਆਪਸ਼ਨ ਰਾਈਟ ਕੀ ਹੋਏਗਾ? ਤਾਂ ਇੱਥੇ ਆਪਸ਼ਨ ਜਿਹੜਾ ਹੈ ਹਿਸਟੋਰੀਕਲ ਜੀਓਗ੍ਰਾਫੀ ਜਿਹੜਾ ਹੈ ਉਹ ਰਾਈਟ ਆਨਸਰ ਹੈ। ਇਲੈਕਟੋਰਲ ਜੀਓਗ੍ਰਾਫੀ ਪੋਲੀਟੀਕਲ ਜੀਓਗ੍ਰਾਫੀ ਦਾ ਪਾਰਟ ਹੈ। ਜੀਓਗ੍ਰਾਫੀ ਆਫ ਰਿਸੋਰਸ ਇਹ ਪਾਰਟ ਹੈ ਤੁਹਾਡਾ ਇਕਨੋਮਿਕ ਜੀਓਗ੍ਰਾਫੀ ਦਾ। ਜੀਓਗ੍ਰਾਫੀ ਆਫ ਟੂਰਿਜ਼ਮ ਇਹ ਅਲੱਗ ਸਬਜੈਕਟ ਹੈ। ਠੀਕ ਹੈ, ਤਾਂ ਇੱਥੇ ਹਿਸਟੋਰੀਕਲ ਜੀਓਗ੍ਰਾਫੀ ਜਿਹੜਾ ਹੈ ਉਹ ਰਿਲੇਟਡ ਹੈ ਸੋਸ਼ਲ ਜੀਓਗ੍ਰਾਫੀ ਦੇ ਨਾਲ, ਕਿਉਂਕਿ ਇਹਦੇ 'ਚ ਆਪਾਂ ਗੱਲ ਕਰਦੇ ਹਾਂ ਸੁਸਾਇਟੀ ਦੀ ਕਿ ਅਰਲੀਅਰ ਟਾਈਮ ਦੇ ਵਿੱਚ ਸੁਸਾਇਟੀਜ਼ ਕਿੱਦਾਂ ਦੀਆਂ ਸੀ, ਉਹਨਾਂ ਦਾ ਹਿਸਟੋਰੀਕਲ ਬੈਕਗਰਾਊਂਡ ਕੀ ਹੈ, ਉਹਦੇ ਵਿੱਚ ਕੀ ਚੇਂਜਸ ਆਏ ਨੇ, ਤਾਂ ਇਟ ਡਿਸਕ੍ਰਾਈਬ ਅੰਡਰ ਦਾ ਹਿਸਟੋਰੀਕਲ ਜੀਓਗ੍ਰਾਫੀ। ਤਾਂ ਇਹ ਫੀਲਡ ਕਿਸ ਦਾ ਹੈ? ਸੋਸ਼ਲ ਜੀਓਗ੍ਰਾਫੀ। ਇਦਾਂ ਹੀ ਕੁਐਸਚਨਸ ਬਹੁਤ ਬਣ ਸਕਦੇ ਨੇ ਬੇਟਾ ਇਹਦੇ ਵਿੱਚੋਂ ਕਿ ਵਿਚ ਆਫ ਦਾ ਫੋਲੋਇੰਗ ਇਜ਼ ਸਬ ਫੀਲਡ ਆਫ ਇਕਨੋਮਿਕ ਜੀਓਗ੍ਰਾਫੀ। ਅਗਰ ਇੱਥੇ ਇਕਨੋਮਿਕ ਜੀਓਗ੍ਰਾਫੀ ਆਏਗਾ ਤਾਂ ਤੁਸੀਂ ਜੀਓਗ੍ਰਾਫੀ ਆਫ ਰਿਸੋਰਸ ਆਪਸ਼ਨ ਰਾਈਟ ਕਰੋਗੇ। ਠੀਕ ਹੈ, ਤਾਂ ਇਹਦੇ 'ਚ ਬਹੁਤ ਸਾਰੇ ਕੁਐਸਚਨਸ ਬਣ ਸਕਦੇ ਨੇ। ਪੋਲੀਟੀਕਲ ਜੀਓਗ੍ਰਾਫੀ ਦਾ ਤੁਸੀਂ ਕੁਐਸਚਨ ਆ ਜਾਂਦਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਅ ਸਬ ਫੀਲਡ ਆਫ ਪੋਲੀਟੀਕਲ ਜੀਓਗ੍ਰਾਫੀ, ਤਾਂ ਇੱਥੇ ਤੁਸੀਂ ਇਲੈਕਟੋਰਲ ਜੀਓਗ੍ਰਾਫੀ ਜਿਹੜਾ ਆਪਸ਼ਨ ਸੀ ਹੈ ਉਹਨੂੰ ਰਾਈਟ ਕਰੋਗੇ। ਤਾਂ ਇਹਦੇ ਲਈ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਤੁਸੀਂ ਜਿਹੜਾ ਹੈ ਤੁਹਾਡੇ ਬੁੱਕ ਦੇ ਉੱਪਰ ਇੱਕ ਚਾਰਟ ਬਣਿਆ ਹੋਇਆ, ਇੱਕ ਪੂਰਾ ਫੁੱਲ ਪੇਜ ਦੇ ਉੱਪਰ ਚਾਰਟ ਹੈ ਜਿਹਦੇ 'ਚ ਉਹਨਾਂ ਨੇ ਦੱਸਿਆ ਹੋਇਆ ਕਿ ਸਬ ਫੀਲਡਸ ਆਫ ਜੀਓਗ੍ਰਾਫੀ। ਤਾਂ ਉਹਦੇ ਵਿੱਚ ਸਾਰੇ ਜਿਹੜਾ ਸਟਾਰ ਡਾਇਗਰਾਮ ਦੇ ਅੰਡਰ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਹੈ ਜਿਹਦੇ ਵਿੱਚ ਅਲੱਗ-ਅਲੱਗ ਬ੍ਰਾਂਚਸ ਦੱਸੀਆਂ ਹੋਈਆਂ ਨੇ ਜੀਓਗ੍ਰਾਫੀ ਦੀਆਂ। ਤਾਂ ਉਹ ਤੁਸੀਂ ਇੱਕ ਵਾਰੀ ਚਾਰਟ ਗੋ ਥਰੂ ਕਰ ਲੈਣਾ। ਠੀਕ ਹੈ, ਐਗਜ਼ਾਮ ਤੋਂ ਪਹਿਲਾਂ। ਤਾਂ ਉਹਦੇ ਨਾਲ ਤੁਹਾਡੇ ਕਾਫੀ ਕੁਐਸਚਨਸ ਨੇ ਜਿਹੜੇ, ਕਿਉਂਕਿ ਇਹਦੇ 'ਚੋਂ 2 ਜਾਂ 3 ਕੁਐਸਚਨ ਆਉਣਗੇ ਫਾਈਨਲ ਐਗਜ਼ਾਮ ਦੇ ਵਿੱਚ, ਤਾਂ ਤੁਹਾਡੇ ਸੋਲਵ ਈਜ਼ੀਲੀ ਹੋ ਜਾਣਗੇ। ਠੀਕ ਹੈ, ਆਪਾਂ ਵਧਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਏ ਸਬ ਫੀਲਡ ਆਫ ਸੋਸ਼ਲ ਜੀਓਗ੍ਰਾਫੀ? ਆਈ ਥਿੰਕ ਇਜ਼ ਰਿਪੀਟਡ ਕੁਐਸਚਨ। no ਸਰ, ਇਹ ਉਹ ਆਪਸ਼ਨਸ ਡਿਫਰੈਂਟ ਨੇ ਬੇਟਾ। ਠੀਕ ਹੈ, ਹੁਣ ਇੱਥੇ ਦੇਖੋ ਆਪਸ਼ਨ ਤੁਹਾਡੇ ਕੋਲ ਨੇ ਹੈ ਮੈਡੀਕਲ ਜੀਓਗ੍ਰਾਫੀ, ਹਿਸਟੋਰੀਕਲ ਜੀਓਗ੍ਰਾਫੀ, ਕਲਚਰਲ ਜੀਓਗ੍ਰਾਫੀ ਐਂਡ ਮਿਲਟਰੀ ਜੀਓਗ੍ਰਾਫੀ। ਤਾਂ ਹੁਣ ਇਹਨਾਂ ਦੇ ਵਿੱਚੋਂ ਵੀ ਇੱਕ ਜਿਹੜਾ ਹੈ ਉਹ ਆਪਸ਼ਨ ਹੋਏਗਾ। ਇਹਦੇ ਵਿੱਚ ਆਪਸ਼ਨ ਦਾ ਮੇ ਬੀ ਸੇਮ ਹੋਈ ਹੈ ਨਾ, ਤਾਂ ਆਪਸ਼ਨ ਰਾਈਟ ਕਿਹੜਾ ਹੈ? ਇਹਦੇ ਵਿੱਚ ਦੇਖੋ ਤੁਸੀਂ ਨਾਟ ਲਿਖਿਆ ਹੋਇਆ ਹੈ, ਤੁਸੀਂ ਕਨਫਿਊਜ਼ ਨਹੀਂ ਹੋਵੋਗੇ। ਇਟਸ ਨਾਟ ਏ ਸਬ ਫੀਲਡ ਆਫ ਸੋਸ਼ਲ ਜੀਓਗ੍ਰਾਫੀ। ਠੀਕ ਹੈ, ਤਾਂ ਮਿਲਟਰੀ ਜਿਹੜਾ ਹੈ ਮਿਲਟਰੀ ਜੀਓਗ੍ਰਾਫੀ ਨਹੀਂ ਹੈ ਪਾਰਟ ਸੋਸ਼ਲ ਜੀਓਗ੍ਰਾਫੀ ਦਾ। ਬਾਕੀ ਸਾਰੇ ਜਿਹੜੇ ਨੇ ਉਹ ਕਿਸ ਦਾ ਪਾਰਟ ਨੇ? ਉਹ ਸੋਸ਼ਲ ਜੀਓਗ੍ਰਾਫੀ ਦਾ ਪਾਰਟ ਨੇ। ਮੈਡੀਕਲ ਵੀ ਹੈ, ਹਿਸਟੋਰੀਕਲ ਵੀ ਹੈ, ਆਪਾਂ ਪਿਛਲੇ ਕੁਐਸਚਨ ਦੇ ਵਿੱਚ ਹੀ ਦੇਖਿਆ। ਕਲਚਰ ਵੀ ਸੁਸਾਇਟੀ ਨਾਲ ਰਿਲੇਟਡ ਹੈ, ਤਾਂ ਇੱਥੇ ਮਿਲਟਰੀ ਹੈ। ਠੀਕ ਹੈ, ਤਾਂ ਮਿਲਟਰੀ ਜੀਓਗ੍ਰਾਫੀ ਇਜ਼ ਨਾਟ ਏ ਫੀਲਡ ਆਫ ਸੋਸ਼ਲ ਜੀਓਗ੍ਰਾਫੀ। ਠੀਕ ਹੈ, ਨੈਕਸਟ ਕੁਐਸਚਨ। ਵਿਚ ਸਕੂਲ ਆਫ ਥਾਟ ਇੰਪਲੋਇਡ ਦਾ ਮਾਰਕਸਿਜ਼ਮ ਥਿਊਰੀ? ਠੀਕ ਹੈ, ਤੇ ਕੌਣ ਇੰਪੋਜ਼ ਕਰਦਾ, ਉਹਨੂੰ ਇੰਪਾਵਰਡ ਕਰਦਾ ਹੈ ਆਪਣੀ ਥਿਊਰੀ ਦੇ ਵਿੱਚ? ਤਾਂ ਇਹਦੇ ਵਿੱਚ ਤੁਸੀਂ ਆਪਸ਼ਨ ਦੇਖੋਗੇ ਆਪਣੇ ਕੋਲੇ ਸਕੂਲਸ ਨੇ ਜੀਓਗ੍ਰਾਫੀ ਦੇ ਵਿੱਚ ਅੰਡਰ ਵੈਲਫੇਅਰ ਸਕੂਲ, ਰੈਡੀਕਲ ਸਕੂਲ, ਬਿਹੇਵੀਅਰਲ ਸਕੂਲ। ਠੀਕ ਹੈ, ਤਾਂ ਇਹਨਾਂ ਵਿੱਚੋਂ ਕਿਹੜੇ ਅੰਡਰ ਜਿਹੜੀ ਹੈ ਉਹ ਮਾਰਕਸਿਜ਼ਮ ਦੀ ਜਿਹੜੀ ਥਿਊਰੀ ਹੈ ਉਹ ਇੰਪਾਵਰਡ ਕੀਤੀ ਹੋਈ? ਠੀਕ ਹੈ, ਤਾਂ ਆਪਸ਼ਨਸ ਨੇ ਤੁਹਾਡੇ ਕੋਲੇ। ਤਾਂ ਇਹਦਾ ਰਾਈਟ ਆਨਸਰ ਜਿਹੜਾ ਹੋਏਗਾ ਉਹ ਰੈਡੀਕਲ ਸਕੂਲ ਆਫ ਥਾਟਸ ਨੇ। ਠੀਕ ਹੈ, ਰੈਡੀਕਲ ਥਰੂ ਸਕੂਲ ਆਫ ਥਾਟਸ ਦੇ ਅੰਡਰ ਜਿਹੜੀ ਹੈ ਉਹ ਮਾਰਕਸਿਜ਼ਮ ਜਿਹੜੀ ਥਿਊਰੀ ਹੈ ਉਹ ਅਪਲਾਈ ਹੋਈ ਹੈ। ਠੀਕ ਹੈ, ਬਟ ਇਹ ਵਾਲਾ ਜਿਹੜਾ ਕੁਐਸਚਨ ਹੈ ਬੇਟਾ ਇਹਨੂੰ ਤੁਸੀਂ ਕ੍ਰਾਸ ਕਰ ਸਕਦੇ ਹੋ। ਠੀਕ ਹੈ, ਇਹਨੂੰ ਤੁਸੀਂ ਸਕਿਪ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਰੀਸੈਂਟ ਆਪਣਾ ਅਪਡੇਟਡ ਸਿਲੇਬਸ ਹੈ ਉਹਦਾ ਇਹ ਪਾਰਟ ਨਹੀਂ ਹੈ। ਠੀਕ ਹੈ, ਤਾਂ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਦੱਸ ਰਿਹਾ ਨਾਲ ਦੀ ਨਾਲ ਕਿ ਇਹ ਕੁਐਸਚਨ ਤੁਸੀਂ ਸਿਰਫ ਸਮਝ ਲਿਆ ਓਕੇ ਹੈ, ਦੈਨ ਇਹਨੂੰ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਦੇਖਣ ਦੀ ਜ਼ਰੂਰਤ ਨਹੀਂ। ਠੀਕ ਹੈ, ਇਹ ਕਿਉਂਕਿ ਇਹ ਕੁਐਸਚਨ ਜਿਹੜਾ ਹੈ ਇਹ ਰੀਸੈਂਟ ਜਿਹੜਾ ਸਿਲੇਬਸ ਉਹਦੇ ਵਿੱਚ ਇਹ ਕੱਟਿਆ ਹੋਇਆ ਟੌਪਿਕ ਹੈ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਸਬ ਫੀਲਡ ਆਫ ਇਕਨੋਮਿਕ ਜੀਓਗ੍ਰਾਫੀ? ਹੁਣ ਸੇਮ ਫੀਲਡ ਦੇ ਵਿੱਚੋਂ ਹੀ ਕੁਐਸਚਨ ਆ ਰਹੇ ਨੇ। ਜੀਓਗ੍ਰਾਫੀ ਆਫ ਰਿਸੋਰਸ, ਜੀਓਗ੍ਰਾਫੀ ਆਫ ਲੈਸ਼ਰ, ਜੀਓਗ੍ਰਾਫੀ ਆਫ ਐਗਰੀਕਲਚਰ, ਜੀਓਗ੍ਰਾਫੀ ਆਫ ਇੰਡਸਟਰੀਜ਼। which of the following is not subfield of economic geography? ਹੁਣ ਮੈਂ ਤੁਹਾਨੂੰ ਦੱਸਿਆ ਕਿ ਆਪਸ਼ਨ A resource geography is a part of economic geography, agriculture, industries and leisure। ਇਹਨਾਂ ਚੋਂ ਦੇਖਦੇ ਹਾਂ ਆਪਸ਼ਨ ਰਾਈਟ ਕਿਹੜਾ ਹੈ। ਤਾਂ ਆਪਸ਼ਨ ਜਿਹੜਾ ਹੈ geography of leisure, it's a option B is
ए राइट आंसर। इट्स अ नॉट ए सब फील्ड ऑफ इकनॉमिक जोग्राफी। बाकी सारे ਜਿਹੜੇ ਹੈਗੇ ਨੇ ਉਹ रिसोर्स हो गए, एग्रीकल्चर हो गया, इंडस्ट्री हो गया, ये सारे पार्ट ने इकनॉमिक जोग्राफी का, ठीक है। बट ਜਿਹੜਾ जोग्राफी ऑफ लेजर ऑप्शन बी है ये राइट आंसर नहीं है अपनी ऑप्शन ਦੇ ਵਿੱਚ, ठीक है। नेक्स्ट क्वेश्चन, which school of thought led emphasize or social categories based ethnicity, race and religion, ठीक है। ਕਿਹੜਾ मीनस थॉट है, ਕਿਹੜਾ ਸਕੂਲ ਆਫ ਥਾਟਸ ਹੈ ਜਿਹੜਾ ਇੰਪਲਾਈ ਕਰਦਾ ਹੈ ਸੋਸ਼ਲ ਕੈਟਾਗਰੀਜ਼ ਨੂੰ ਬੇਸਡ ਔਨ ਐਥਨਿਸਿਟੀ, रेस एंड रिलीजन, ठीक है। तो ऑप्शन ए वेलफेयर स्कूल, ऑप्शन बी रेडिकल स्कूल, ऑप्शन सी बिहेवियरल स्कूल एंड ऑप्शन डी नन ऑफ द अबव। ਹੁਣ ਦੇਖੋ ਇੱਥੇ ਗੱਲ ਆ ਗਈ ਹੈ ਐਥਨੀਸਿਟੀ ਦੀ, ਰੇਸ ਦੀ, ਰਿਲੀਜਨ ਦੀ। ਤਾਂ ਹੁਣ ਕਿਹੜਾ ਜਿਹੜਾ ਸਕੂਲ ਹੈ ਉਹ ਇਹਨੂੰ ਅਪਲਾਈ ਕਰਦਾ, ਕਿਹੜੇ ਸਕੂਲ ਦੇ ਅੰਡਰ ਇਹ ਸਾਰੀਆਂ ਜਿਹੜੀਆਂ ਐਥਨੀਸਿਟੀ ਹੈ, ਰੇਸ ਹੈ, ਰਿਲੀਜਨ ਹੈ, ਇਹਨਾਂ ਨੂੰ ਸਟੱਡੀ ਕੀਤਾ ਜਾਂਦਾ। ਤਾਂ ਉਹ ਉਹੀ ਸੇਮ ਹੈ ਬਿਹੇਵੀਅਰਲ ਸਕੂਲ ਆਫ ਥਾਟਸ, ਕਿ ਆਪਣੇ ਬਿਹੇਵੀਅਰ ਦੇ ਅੰਡਰ ਇਹ ਜਿਹੜਾ ਹੈ ਬਿਹੇਵੀਅਰਲ ਸਕੂਲ ਆਫ ਥਾਟ ਦੇ ਅੰਡਰ ਐਥਨੀਸਿਟੀ, ਰੇਸ ਐਂਡ ਰਿਲੀਜਨ ਜਿਹੜਾ ਆਪਾਂ ਉਹਨਾਂ ਦੀ ਕੈਟੇਗਰੀਜ਼ ਦੀ ਗੱਲ ਕਰਦੇ ਹਾਂ, ਉਹਨਾਂ ਬਾਰੇ ਸਟੱਡੀ ਕਰਦੇ, ਠੀਕ ਹੈ। ਤਾਂ ਇਹ ਆਪਸ਼ਨ ਜਿਹੜਾ ਹੈ ਰਾਈਟ ਹੋ ਗਿਆ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਏ ਅਪਰੋਚ ਇਨ ਹਿਊਮਨ ਜੋਗ੍ਰਾਫੀ। ਹੁਣ ਹਿਊਮਨ ਜੋਗ੍ਰਾਫੀ ਦੀਆਂ ਅਪਰੋਚਿਸ ਆਪਾਂ ਪੜ੍ਹੀਆਂ ਨੇ, ਉਹਨਾਂ ਵਿੱਚੋਂ ਕਿਹੜੀ ਜਿਹੜੀ ਅਪਰੋਚ ਆ ਉਹ ਨਹੀਂ ਹੈ। ਆਪਸ਼ਨ ਏ, ਬੀ, ਸੀ ਐਂਡ ਡੀ, ਠੀਕ ਹੈ। ਏਰੀਅਲ ਡਿਫਰੈਂਸੀਏਸ਼ਨ, ਸਪਾਰਸ਼ਲ ਆਰਗੇਨਾਈਜੇਸ਼ਨ, ਕੁਆਂਟੀਟੇਟਿਵ ਰੈਵੋਲੂਸ਼ਨ, एक्सप्लोरेशन एंड डिस्क्रिप्शन। ये जो तुसी चैप्टर पढ़िया होएगा, ये डिटेल सारे कंसैप्ट में थोड़ी पढ़िया होएगा। तो उन्होंने आप देखना है कि विच वन ऑफ द फॉलोइंग इज नॉट ए अप्रोच इन ह्यूमन जोग्राफी। ह्यूमन जोग्राफी के किहड़ी अप्रोच जी नहीं अप्लाई होंगी। तो इतने क्वांटिटेटिव रेवोल्यूशन है जोड़ा बेटा वो नहीं आएगा, ठीक है। तो क्वांटिटेटिव रेवोल्यूशन इज नॉट ए अंडर द अप्रोच इन ह्यूमन जोग्राफी। बाकी जो एक्सप्लोरेशन एंड डिस्क्रिप्शन है ये भी ह्यूमन जोग्राफी का ही पार्ट है। स्पार्शल ऑर्गेनाइजेशन एंड एरियल डिफरेंशिएशन ये सब ह्यूमन जोग्राफी का पार्ट है। बट क्वांटिटेटिव रेवोल्यूशन जोड़ा है वो पार्ट नहीं है अंडर ह्यूमन जोग्राफी। क्वांटिटेटिव इट्स अ साइंस बेस्ड मेनली, ओके। ये क्वालिटेटिव इतने लिखा होंगे, तुसी ऑप्शंस भी ध्यान ना पढ़ना। अगर क्वालिटेटिव रेवोल्यूशन लिखा होंगे दैन ऑप्शन सी भी सही होना सी। फिर क्वालिटेटिव भी ह्यूमनस के अंडर ही होंगे। क्वांटिटेटिव जोड़ा होंगे वो 1 2 3 जो आप नंबरिंग की गल करते हैं वो ह्यूमन जोग्राफी अप्रोच नहीं है, ठीक है। अप्रोचेस वही होंगे ना जिहदे थ्रू तुसीं किसी सबजैक्ट नूं पढ़ते हो, है ना। तो वो ये गल कर लेंगे। नैक्सट क्वेश्चन, द इंट्रोडक्शन ऑफ सोशल वैलबीइंग स्कूल ऑफ थॉट इन ह्यूमन जोग्राफी इज नोन एज। किहड़ा स्कूल है जिहड़ा वो सोशल वैलबीइंग लई जिहड़ा है गल करता है, किहड़ा स्कूल दे अंदर। तो ऑप्शंस ने तुहाडे कोल ह्यूमनिस्टिक स्कूल ऑफ थॉट, ऑप्शन बी रेडिकल स्कूल ऑफ थॉट, बिहेवियरल स्कूल ऑफ थॉट एंड ऑप्शन डी नन ऑफ द अबव। तो इत्थे ऑप्शन जिहड़ा है राइट होएगा ह्यूमनिस्टिक स्कूल, ठीक है। तो ह्यूमन जोग्राफी के अंदर ह्यूमनस की गल करनी है तो वो किहदे अंडर करांगे आपां, ह्यूमनिस्टिक स्कूल ऑफ थॉट के अंदर, ठीक है। ये कोई अलग तो नहीं है। सोशल वैलबीइंग है, सोशल किहदे नाल रिलेटेड है, ये रिलेटेड है ह्यूमनस दे नाल। ह्यूमन जोग्राफी की गल करने तो ये भी रिलेटेड है ह्यूमनिस्टिक स्कूल ऑफ थॉट्स दे नाल। तो ऑप्शन राइट जिहड़ा है ऑप्शन ए है। अगर तुसीं नीचे देख रहे हो ना राइट ऑप्शंस ने वो फ्लो होके आ रही हैं, उन्होंने तुसीं देख सकते हो। नेक्स्ट क्वेश्चन, स्टॉप एंड गो डिटर्मिनिज्म इज ऑल्सो नोन एज। आप फर्स्ट और सैकेंड क्वेश्चन के पढ़िया सी स्टॉप एंड गो डिटर्मिनिज्म किने कंसैप्ट दिता सी। हुण इत्थे गल कर रहे हैं आप स्टॉप एंड गो डिटर्मिनिज्म इज ऑल्सो नोन एज। तो ऑप्शंस ने पॉसिबिलिज्म, डिटर्मिनिज्म, न्यू डिटर्मिनिज्म और नन ऑफ द अबव। तो हुण स्टॉप एंड गो डिटर्मिनिज्म नूं आपां होर किहड़े नाम नाल जानदे हां, तो वो ऑप्शन अपना सी है, न्यू डिटर्मिनिज्म, एक नवां डिटर्मिनिज्म, ठीक है। तो ये जो तुसी चैप्टर पढ़िया होएगा उदों तुसी डिटेल दे विच कीता होएगा। अगर नहीं भी कीता तो मेरे ते एक अलग तो जिहड़ा वीडियो है वो मैं प्रोवाइड कर दांगा कंसैप्ट वाइज, ठीक है। बट पहला फोकस यही रहेगा कि तुहाडा एग्जाम है उहदे लई तुसी MCQ वध तो वध जिहड़े आ वो अटैम्प्ट करो, क्योंकि प्रैक्टिस दे नाल ही जिहड़ा तुहाडा स्कोर है वो इनक्रीज हो सकता है,
ਠੀਕ ਹੈ, ਜੋ MCQ ਬਹੁਤ ਜ਼ਿਆਦਾ ਆਪਸ਼ਨ ਦੇ ਵਿੱਚ ਆਪਣੇ ਕੋਲ ਅਵੇਲੇਬਲ ਨੇ ਨਾ, ਤਾਂ ਫਿਰ ਉਹਦੇ ਲਈ ਆਪਾਂ ਨੂੰ ਜ਼ਿਆਦਾ ਪਹਿਲਾਂ ਟਾਰਗੇਟ ਇਹੀ ਹੈ ਕਿ ਆਪਾਂ MCQ ਅਟੈਂਪਟ ਕਰੀਏ। ਆਫਟਰ ਦੈਟ ਜੋ ਕਨਸੈਪਟ ਆਪਾਂ ਨੂੰ ਲੱਗਦਾ ਹੈ ਕਿ ਇਹ ਮੇਰਾ ਵੀਕ ਹੈ ਜਾਂ ਪੋਸੀਬਿਲਿਜ਼ਮ ਹੈ ਜਾਂ ਡਿਟਰਮਿਨਿਜ਼ਮ ਹੈ, ਜਿਹਦੇ ਰਿਲੇਟਡ ਤੁਹਾਡੇ ਮਾਈਂਡ ਦੇ ਵਿੱਚ ਕੋਈ ਥਾਟ ਨਹੀਂ ਆ ਰਹੇ, ਦੈਨ ਤੁਸੀਂ ਉਸ ਨੂੰ ਇੱਕ ਵਾਰੀ ਰਿਵਾਈਜ਼ ਕਰ ਲਓ। ਤਾਂ ਉਹ ਬੈਟਰ ਵੇ ਹੈ ਟੂ ਸਟੱਡੀ ਦਾ ਪਰਟੀਕੂਲਰ ਕਨਸੈਪਟ, ਕਿਉਂਕਿ ਹੁਣ ਆਪਾਂ ਉਸ ਮੂਮੈਂਟ ਤੇ ਆ ਈਅਰ ਦੇ, ਜਦੋਂ ਜਸਟ ਆਪਾਂ ਪ੍ਰੈਕਟਿਸ ਕਰਨੀ ਹੈ ਨਾ। ਹੁਣ ਆਪਾਂ ਟੌਪਿਕਸ ਦੁਆਰਾ 1 ਬਾਈ 1 ਬੁੱਕ ਨਹੀਂ ਕਰ ਸਕਦੇ, ਤਾਂ ਹੁਣ ਆਪਾਂ ਉਹ ਵਾਲੇ ਟੌਪਿਕਸ ਨੂੰ ਹੀ ਦੁਬਾਰਾ ਰਿਵਾਈਜ਼ ਕਰਾਂਗੇ ਜੋ ਆਪਾਂ ਨੂੰ ਲੱਗਦਾ ਹੈ ਕਿ ਮੈਨੂੰ ਵੀਕ ਨੇ ਮੇਰੇ। ਤਾਂ ਨਿਓ ਡਿਟਰਮਿਨਿਜ਼ਮ is also known as stop and go determinism. Okay, next question. Who gave the concept human geography is the study of the changing relationship between the unresting man and unstable earth? ਹੁਣ ਇਹ ਕਨਸੈਪਟ ਕਿਹਨੇ ਦਿੱਤਾ ਹੈ? ਤੇ ਸਕਾਲਰਸ ਦੇ ਨਾਮ ਆਉਣਗੇ ਆਪਸ਼ਨ ਦੇ ਵਿੱਚ। ਠੀਕ ਹੈ, ਅੰਡਰਸਟੂਡ ਹੈ। ਹਿਊਮਨ ਜੀਓਗ੍ਰਾਫੀ ਦੇ ਵਿੱਚ ਜਿਹੜਾ ਹੈ ਸਟੱਡੀ ਕਰਦੇ ਹਾਂ ਆਪਾਂ ਚੇਂਜਿੰਗ ਰਿਲੇਸ਼ਨਸ਼ਿਪ ਬਿਟਵੀਨ ਅਨਰਸਟਿੰਗ ਮੈਨ ਐਂਡ ਅਨਸਟੇਬਲ ਅਰਥ ਦੀ। ਤਾਂ ਆਪਸ਼ਨਸ ਦੇਖਦੇ ਹਾਂ ਆਪਾਂ। ਇੱਕ ਰੈਡਜਲ ਨੇ ਦਿੱਤਾ ਹੈ ਕਨਸੈਪਟ, ਜਾਂ EC ਸੈਂਪਲ ਹੈ ਲੇਡੀ ਉਹਨਾਂ ਨੇ ਦਿੱਤਾ ਹੈ, ਜਾਂ ਪੌਲ ਵਿਦਾਲ ਡੀ ਲਾ ਬਲੈਸ਼ ਉਹਨਾਂ ਵੱਲੋਂ ਦਿੱਤਾ ਹੈ, ਜਾਂ ਫਿਰ ਗ੍ਰਿਫ ਟੇਲਰ ਵੱਲੋਂ ਦਿੱਤਾ ਹੈ। ਤਾਂ ਇਹ ਕਨਸੈਪਟ ਕਿਹਦੇ ਵੱਲੋਂ ਦਿੱਤਾ ਹੈ, ਇਹਨੂੰ ਆਪਾਂ ਆਇਡੈਂਟੀਫਾਈ ਕਰਨਾ। ਤਾਂ ਰਾਈਟ ਆਪਸ਼ਨ ਜਿਹੜੀ ਆਪਣੇ ਕੋਲੇ ਹੈ ਉਹ ਆਪਸ਼ਨ B ਹੈ, EC ਸੈਂਪਲ। ਠੀਕ ਹੈ, ਇੱਕ ਲੇਡੀ ਜੀਓਗ੍ਰਾਫਰ ਹੋਏ ਨੇ, ਉਹਨਾਂ ਦੁਆਰਾ ਇਹ ਜਿਹੜਾ ਕਨਸੈਪਟ ਆ ਉਹ ਦਿੱਤਾ ਗਿਆ ਹੈ। ਉਹ ਕਹਿੰਦੇ ਨੇ ਕਿ ਹਿਊਮਨ ਜੀਓਗ੍ਰਾਫੀ ਕੀ ਹੈ, ਇਜ਼ ਏ ਸਟੱਡੀ ਆਫ ਚੇਂਜਿੰਗ ਰਿਲੇਸ਼ਨ ਬਿਟਵੀਨ ਦਾ ਅਨਰਸਟਿੰਗ ਮੈਨ ਐਂਡ ਅਨਸਟੇਬਲ ਅਰਥ, ਕਿ ਦੋਨੋਂ ਹੀ ਚੇਂਜੇਬਲ ਨੇ ਬੇਟਾ, ਦੋਨਾਂ ਦੇ ਵਿੱਚ ਹੀ ਚੇਂਜ ਹੈ। ਨਾ ਤਾਂ ਹਿਊਮਨਸ ਨੇ ਜਿਹੜੇ ਉਹ ਸਟੇਬਲ ਨੇ, ਨਾ ਹੀ ਅਰਥ ਸਟੇਬਲ ਹੈ। ਤਾਂ ਇਹ ਸਟੱਡੀ ਹੈ, ਜੀਓਗ੍ਰਾਫੀ ਇਜ਼ ਅ ਸਟੱਡੀ ਆਫ ਚੇਂਜਿੰਗ ਰਿਲੇਸ਼ਨਸ਼ਿਪ ਕਿੰਨਾਂ ਦੇ ਵਿੱਚ, ਇਨ unresting man and unstable earth. ठीक है, तो option B is the right answer here. Urban rural planning is a learned in which of the field of human geography? ਹੁਣ ਕਿਹਦੇ ਅੰਦਰ ਆਪਾਂ ਇਹ ਪੜ੍ਹਦੇ ਹਾਂ, ਅਰਬਨ ਪਲੈਨਿੰਗ ਬਾਰੇ ਜਾਂ ਰੂਰਲ ਪਲੈਨਿੰਗਸ ਦੇ ਬਾਰੇ, ਰੀਜਨਲ ਪਲੈਨਿੰਗਸ ਦੇ ਬਾਰੇ। ਤਾਂ ਉਹ ਆਪਣੇ ਕੋਲੇ ਆਪਸ਼ਨਸ ਨੇ। Option A settlement geography, option B population geography, option C urban geography and option D economic geography। ਤਾਂ urban rural planning ਜਿਹੜੀ ਹੈ ਉਹ ਕਿਹੜੇ ਸਬਜੈਕਟ ਅੰਦਰ ਆਪਾਂ ਪੜਾਂਗੇ, ਹਿਊਮਨ ਜੀਓਗ੍ਰਾਫੀ ਦੀ। ਤਾਂ ਉਹ ਬੜਾ ਹੀ ਸਿੰਪਲ ਆਨਸਰ ਹੈ, ਤਾਂ ਉਹ ਆਪਣਾ ਹੋਏਗਾ ਸੈਟਲਮੈਂਟ ਜੀਓਗ੍ਰਾਫੀ। ਤਾਂ ਸੈਟਲਮੈਂਟ ਜੀਓਗ੍ਰਾਫੀ, ਹੁਣ ਇੱਥੇ ਤੁਸੀਂ ਕਨਫਿਊਜ਼ ਵੀ ਹੋ ਸਕਦੇ ਹੋ ਕਿ ਆਪਸ਼ਨ C ਅਰਬਨ ਜੀਓਗ੍ਰਾਫੀ ਵੀ ਰਾਈਟ ਆਨਸਰ ਹੋ ਸਕਦਾ ਹੈ, ਬਟ ਕਿਉਂ ਨਹੀਂ ਹੈ, ਕਿਉਂਕਿ ਉੱਥੇ ਜਿਹੜਾ ਹੈ ਅਰਬਨ ਐਂਡ ਰੂਰਲ ਪਲੈਨਿੰਗ ਦੇ ਬਾਰੇ ਗੱਲ ਕਰ ਰਿਹਾ, ਪਲੈਨਿੰਗ ਦੀ ਗੱਲ ਕਰ ਰਿਹਾ। ਦੇ ਆਰ ਨਾਟ ਰਿਲੇਟਡ ਓਨਲੀ ਟੂ ਦਾ ਅਰਬਨ ਪਲੈਨਿੰਗ। ਅਗਰ ਅਰਬਨ ਪਲੈਨਿੰਗ ਹੁੰਦਾ ਦੈਨ ਆਪਸ਼ਨ C ਇਜ਼ ਦ ਰਾਈਟ ਆਨਸਰ। ਤਾਂ ਇੱਥੇ ਦੋਨਾਂ ਦੀ ਹੀ ਆਪਾਂ ਗੱਲ ਕਰ ਰਹੇ ਹਾਂ, ਇਟਸ ਅਰਬਨ ਐਂਡ ਰੂਰਲ ਪਲੈਨਿੰਗ, ਦੈਨ ਆਪਸ਼ਨ A ਇਜ਼ ਦ ਰਾਈਟ ਆਨਸਰ ਹੇਅਰ, ਸੈਟਲਮੈਂਟ ਜੀਓਗ੍ਰਾਫੀ। ਠੀਕ ਹੈ, ਇਧਰ ਮੈਂ ਕਾਰਨਰ ਦੇ ਵਿੱਚ ਇਹਦਾ ਆਨਸਰ ਲਿਖਿਆ ਹੋਇਆ ਨੀਚੇ। ਦੈਨ ਬਾਕੀ ਇਹ PDF ਜਿਹੜਾ ਹੈ ਇਹ ਮੈਂ ਟੈਲੀਗ੍ਰਾਮ ਦੇ ਵਿੱਚ ਵੀ ਅਪਲੋਡ ਕਰ ਦਾਂਗਾ, ਤੁਸੀਂ ਉੱਥੋਂ ਵੀ ਇਹਨੂੰ ਡਾਊਨਲੋਡ ਕਰਕੇ ਬਿਫੋਰ ਯੂਰ ਐਗਜ਼ਾਮਸ 2-3 ਵਾਰ ਇਹ ਤੋਂ ਗੋ ਥਰੂ ਹੋ ਸਕਦੇ ਹੋ। ਠੀਕ ਹੈ, ਨੈਕਸਟ ਕੁਐਸਚਨ, ਇਨ ਸਬ ਫੀਲਡਸ ਆਫ ਹਿਊਮਨ ਜੀਓਗ੍ਰਾਫੀ ਵਟ ਡੂ ਵੀ ਸਟੱਡੀ ਇਨ ਜੈਂਡਰ ਜੀਓਗ੍ਰਾਫੀ? ਹੁਣ ਇਹ ਹਿਊਮਨ ਜੀਓਗ੍ਰਾਫੀ ਦੀ ਇੱਕ ਬ੍ਰਾਂਚ ਹੈ, ਸਬ ਫੀਲਡ ਹੈ, ਸਟੱਡੀ ਇਨ ਜੈਂਡਰ ਜੀਓਗ੍ਰਾਫੀ। ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, in subfield of human geography what do we study in gender geography? Options anthropology, option B sociology, option C epidemiology, then option D sociology, anthropology and women's studies। ठीक है, तो ਕਿਹੜਾ ਆਪਸ਼ਨ ਹੋ ਸਕਦਾ ਹੈ? ਬੜਾ ਹੀ ਕਨਫਿਊਜ਼ਿੰਗ ਆਪਸ਼ਨਸ ਦਿੱਤੇ ਹੋਏ ਨੇ, ਬਟ ਤੁਸੀਂ ਜਦੋਂ ਆਨਸਰ ਦੇਖੋਗੇ ਤਾਂ ਬੜਾ ਹੀ ਸਿੰਪਲ ਹੈ। ਠੀਕ ਹੈ, ਤਾਂ ਆਪਸ਼ਨ ਇਹਦਾ ਜਿਹੜਾ ਹੈ ਆਪਸ਼ਨ D ਇਜ਼ ਰਾਈਟ ਆਨਸਰ ਹੇਅਰ, ਕਿਉਂਕਿ ਸੋਸ਼ੀਓਲੋਜੀ ਵੀ ਪਾਰਟ ਹੈ ਜੈਂਡਰ ਜੀਓਗ੍ਰਾਫੀ ਦਾ, ਐਂਥ੍ਰੋਪੋਲੋਜੀ ਇਜ਼ ਆਲਸੋ ਪਾਰਟ ਆਫ ਜੈਂਡਰ ਜੀਓਗ੍ਰਾਫੀ ਐਂਡ ਵੂਮਨ ਸਟੱਡੀਜ਼। ਠੀਕ ਹੈ, ਤਾਂ ਵੂਮਨ ਸਟੱਡੀਜ਼ ਦੇ ਵਿੱਚ ਵੀ ਜੈਂਡਰ ਜੀਓਗ੍ਰਾਫੀ ਦਾ ਹੀ ਸਬ ਫੀਲਡ ਹੈ। ਠੀਕ ਹੈ, ਤਾਂ ਇਹ ਹਿਊਮਨ ਜੀਓਗ੍ਰਾਫੀ ਦੇ ਅੰਡਰ ਆਪਾਂ ਸਭ ਕੁਝ ਪੜ੍ਹਦੇ ਹਾਂ, ਤਾਂ ਆਪਸ਼ਨ D ਇਜ਼ ਏ ਰਾਈਟ ਆਨਸਰ ਹੇਅਰ। ਠੀਕ ਹੈ, ਨੈਕਸਟ ਕੁਐਸਚਨ, ਇਨ ਵਿਚ ਪੀਰੀਅਡ grand generalization and the applicability of universal theories became popular in geographical studies? ठीक है, ਕਿਹੜੇ ਪੀਰੀਅਡ ਦੇ ਵਿੱਚ ਜਿਹੜਾ ਜਰਨਲਾਈਜੇਸ਼ਨ ਹੈ ਜਾਂ ਐਪਲੀਕੇਬਿਲਿਟੀ ਹੈ,
ਐਪਲੀਕੇਸ਼ਨ ਹੈ ਯੂਨੀਵਰਸਲ ਥਿਊਰੀਜ਼ ਦੀ, ਉਹ ਪੋਪੂਲਰ ਹੋਈ ਜੀਓਗ੍ਰਾਫੀਕਲ ਸਟੱਡੀਜ਼ ਦੇ ਅੰਦਰ। ਠੀਕ ਹੈ, ਤਾਂ ਕੁਐਸਚਨ ਆਪਣੇ ਤੋਂ ਇਹ ਡਿਮਾਂਡ ਕਰ ਰਿਹਾ ਕਿ ਤੁਸੀਂ ਦੱਸੋ ਕਿ ਕਿਹੜੇ ਪੀਰੀਅਡ ਦੇ ਵਿੱਚ ਜਿਹੜੀ ਹੈ ਇਹ ਸਭ ਕੁਝ ਹੋਇਆ। ਤਾਂ ਆਪਸ਼ਨ ਏ 1850s ਦੇ ਵਿੱਚ, ਆਪਸ਼ਨ ਬੀ ਇਟਸ 1920s, ਆਪਸ਼ਨ ਸੀ 1970s ਐਂਡ ਆਪਸ਼ਨ ਡੀ ਇਟਸ 1990s। ठीक है, तो केड़े पीरियड अंडर मेनली जर्नलाइजेशन एंड एप्लीकेबिलिटी, एप्लीकेशन ऑफ यूनिवर्सल थ्योरीज बिकम पॉपुलर इन जोग्राफिकल स्टडीज। ये पहला भी इंपॉर्टेंट सी, बट जोग्राफी के अंडर आपां जिहड़ा है जर्नलाइजेशन ऑफ यूनिवर्सल थ्योरीज ये कदों स्टार्ट होया, केड़े टाइम पीरियड के अंडर। ठीक है, तो इत्थे राइट आंसर जिहड़ा है वो तुहाडे कोल है 1990s के अंडर जिहड़ा है पॉपुलर होया अंडर द जोग्राफिकल studies। तो option D is a right answer here। Okay. Next question, which one of the following is an approach in human geography? Which one of the following options देखते हैं की ने? Option A regional analysis, option B it's a quantitative revolution, option C is a humanistic, and option D it's a radical। In which of the following is अप्रोच इन ह्यूमन जोग्राफी, केड़ी जड़ी है वो ह्यूमन जोग्राफी की अप्रोच है। ठीक है, तो अब देखते हैं आंसर की है। आंसर इट्स अ ए रीजनल एनालिसिस। रीजनल एनालिसिस जड़ा है वो पार्ट है, अप्रोच है इन ह्यूमन जोग्राफी कि आप रीजनस नू एनालाइज करते हैं, एनालाइज बेस्ड ऑन एवरीथिंग। ठीक है, कि जिद्दां आप कंपेयर करते हैं कि हरियाणा एंड पंजाब दे विच की डिफरेंसेस ने। ठीक है, तो वो डिफरेंसेस नू एनालाइज करना इट्स अ रीजनल एनालिसिस। किसी भी दो अलग अलग एरियाज नू एनालाइज करना बेस्ड ऑन द वेरीअस फैक्टर्स, कुछ भी फैक्टर्स हो सकते हैं। ठीक है, जो पॉपुलेशन हो सकती है, रीजन हो सकता है, रिलीजन हो सकता है, लैंग्वेज हो सकता है, नैचुरल रिसोर्सेज की अवेलेबिलिटी हो सकती है, कोई भी बेस के उपर तुसीं उहनूं एनालाइज करोगे। टू डिफरेंट रीजनस जिवें पंजाब नूं तुसीं हरियाणा नाल करो, यूपी दे नाल कर सकते हो, दैन किसी साउथ इंडियन स्टेट दे नाल तुसीं उहनूं एनालाइज कर सकते हो। रीजनल एनालिसिस कि उन्हां दे विच दोनां दे विच कंपैरिजन करके देखना। ठीक है, इट्स अ रीजनल एनालिसिस। तो ये ह्यूमन जियोग्राफी का ही पार्ट है। Okay, next question, which one of the following is the most important factor in the interaction between people and environment? ਹੁਣ ਤੁਹਾਨੂੰ ਪਤਾ ਜਿਓਗ੍ਰਾਫੀ ਦੇ ਅੰਡਰ ਆਪਾਂ people and environment ਨੂੰ ਪੜ੍ਹਦੇ ਹਾਂ, ਤਾਂ ਹੁਣ most important factor ਕਿਹੜਾ ਹੋ ਸਕਦਾ ਜਿਹੜਾ interaction between people and environment? Option A human intelligence, option B is a people perception, option C technology, and option D is human brotherhood। ठीक है, तो ऑप्शन जेड़ा राइट है वो है टेक्नोलॉजी। विच वन ऑफ द फॉलोइंग इज मोस्ट इंपॉर्टेंट? टेक्नोलॉजी इज इंपॉर्टेंट। टेक्नोलॉजी इंपॉर्टेंट फैक्टर है इंटरैक्शन दे विच बिटवीन पीपल एंड एनवायरमेंट। ठीक है, एनवायरमेंट ते पीपल दे विच जो इंटरैक्शन हुंदा है वो तुहाडा टेक्नोलॉजी बेस्ड है। तो ऑप्शन सी इज ए राइट आंसर है। ओके, तो इहदे नाल ही अपना जेड़ा अज दा सैशन है ये वाला इत्थे ही फिनिश होंदा है। इस दे नाल मैं नैक्सट चैप्टर के जोड़े क्वेश्चनस ने वो आप डिस्कस करांगे। ठीक है, वो भी आप MCQ डिस्कस करांगे। अगर तुहानूं लगता है कि थोड़ा स्लो पेस के उपर मैं डिस्कस कर रहे हैं क्वेश्चन, तो तुसीं जिहड़ा यूट्यूब के उपर इनू तुसीं स्पीड ऑन करके भी देख सकते हो। ठीक है, वो ऑप्शन होंदा नीचे, उन्होंने स्पीड इनक्रीज कर लो तो थोड़ा फास्ट हो जाएगा। ठीक है, बिकॉज रिकॉर्डिंग के टाइम ये हो जाता है कि कई बार बड़ा ही आराम के नाल जिहड़ा स्पीक बोलिया जाता है, तो उन्होंने तुसीं जल्दी नाल फास्ट करके भी देख सकते हो। अगर तुहाडे कोले टाइम भी शॉर्ट है ना, तो इन्हूं तुसीं देख सकते हो जिद्दां भी तुहानूं बेनीफिट लगे। होर इदां दे कोई टॉपिक्स तुहानूं चाहिए ने, कोई इहदे नाल रिलेटेड एक्स्ट्रा क्वेश्चन चाहिए ने, तो तुसीं नीचे डिस्क्रिप्शन बॉक्स दे विच टैलीग्राम चैनल है, उत्थे मोस्ट ऑफ द क्वेश्चन जिहड़े ने फाइल्स जिहड़ियां ने वो अपलोड कीते हुए ने, उत्थों तुसीं उन्हां नूं असेस कर सकते हो। ठीक है, दैन इट्स अ फ्री ऑफ कॉस्ट फॉर एवरीथिंग ऑन दिस चैनल। ठीक है, तो जो एग्जाम प्रेप चैनल है अपना, ठीक है, ये बेस्ड है तुहाडी हेल्प दे लई। ठीक है, इहदे तो कोई जिहड़ा है और मोटिव नहीं है, इट्स ओनली फॉर योर असेसमेंट फॉर एग्जामिनेशन। ठीक है, कि तुसीं अपने आप को असेस कर सको कि किद्दां दी मेरी प्रेपरेशन जिहड़ी है वो चल रही है। ओके, विद दैट एंड ऑफ द सेशन, टेक केयर, keep learning and
growing. Thank you.